हाँ जी, टुडे वी विल स्टार्ट स्टैटिक्स। 15 चैप्टर है। ਇਹਦਾ ਸਾਰਿਆਂ ਨਾਲ ਪਹਿਲਾਂ ਬੇਸਿਕ ਇਹ ਤੁਹਾਨੂੰ ਮੈਂ ਕਰਵਾਉਣਾ ਕਿ ਇੱਕ ਰੋ ਡਾਟਾ ਹੁੰਦਾ, ਇੱਕ ਡਿਸਕ੍ਰੀਟ ਡਾਟਾ ਹੁੰਦਾ ਔਰ ਅਨਗਰੁੱਪਡ ਡਾਟਾ। ਇੱਕ ਹੁੰਦਾ ਸਾਡੇ ਕੋਲ ਕੰਟੀਨਿਊ ਡਾਟਾ ਔਰ ਗਰੁੱਪਡ ਡਾਟਾ। ਠੀਕ ਹੈ, ਰੋ ਡਾਟਾ ਉਹ ਹੁੰਦਾ ਜਿਹਦੀਆਂ ਸਾਨੂੰ ਵੈਲਿਊਜ਼ ਐਵੇਂ ਸੁੱਟੀਆਂ ਪਈਆਂ ਹੋਣ। ਜਿਵੇਂ ਮੈਂ ਕਹਿ ਦਾਂ ਕਲਾਸ ਦੇ ਵਿੱਚ ਬੱਚਿਆਂ ਦੇ ਮਾਰਕਸ ਇਸ ਟਾਈਪ ਦੇ ਆ 50 ਦੇ ਵਿੱਚੋਂ 20 ਦੇ ਵਿੱਚੋਂ, ਚਲੋ 20 ਦੇ ਵਿੱਚੋਂ ਆ। ਠੀਕ ਹੈ ਜੀ, ਇਹਨੂੰ ਅਸੀਂ ਕੀ ਕਵਾਂਗੇ? ਰੋ ਡਾਟਾ। ਇਸੇ ਡਾਟੇ ਦਾ ਮੈਂ ਦੇਖੋ ਡਿਸਕ੍ਰੀਟ ਡਾਟਾ ਕਿਵੇਂ ਬਣਾਉਂਗੀ ਕਿ 5 ਮਾਰਕਸ ਕਿੰਨੇ ਸਟੂਡੈਂਟਸ ਦੇ ਨੇ, ਇੱਥੇ ਐਂ ਕਰੋ ਇੱਕ ਅੱਧਾ ਹੋਰ ਇਨਕਲੂਡ ਕਰ ਦਿਓ। 5 ਮਾਰਕਸ 3 ਸਟੂਡੈਂਟਸ ਦੇ, ਉਹਨੂੰ ਅਸੀਂ ਫਰੀਕੁਐਂਸੀ ਕਹਿ ਦਾਂਗੇ ਕਿ ਨੰਬਰ ਆਫ ਸਟੂਡੈਂਟ 3 ਨੇ ਜਿਨ੍ਹਾਂ ਦੇ ਮਾਰਕਸ ਕੀ ਆ 5 ਹੈ। ਠੀਕ ਹੈ ਜੀ, ਉਸ ਤੋਂ ਬਾਅਦ 5 ਤੋਂ ਬਾਅਦ ਕੌਣ ਆਉਂਦਾ? ਵੈਸੇ 2 3 ਪਹਿਲਾਂ ਲਿਖਣੇ ਚਾਹੀਦੇ ਸੀਗੇ, 2 ਲਿਖ ਲਓ। 2 ਮਾਰਕਸ 1 ਸਟੂਡੈਂਟ ਦੇ ਆ, 3 ਮਾਰਕਸ 1 ਸਟੂਡੈਂਟ ਦੇ ਆ, 0 ਮਾਰਕਸ 1 ਸਟੂਡੈਂਟ ਦੇ ਆ। ਐਵੇਂ 17 ਮਾਰਕਸ ਕਿੰਨੇ ਸਟੂਡੈਂਟ ਦੇ ਆ? 2 ਸਟੂਡੈਂਟਸ ਦੇ ਆ। 20 ਮਾਰਕਸ 1 ਸਟੂਡੈਂਟ ਦੇ ਆ। ਐਵੇਂ 13 14 ਜਾਂ ਜੋ ਵੀ ਹੈ ਜਿੰਨੀ ਵਾਰ ਰਿਪੀਟ ਕਰਦੇ ਆ। ਠੀਕ ਹੈ ਜੀ, ਉਹਨੂੰ ਅਸੀਂ ਕੀ ਕਹਿੰਦੇ ਨੇ? ਡਿਸਕ੍ਰੀਟ ਡਾਟਾ ਉਹ ਹੁੰਦਾ ਜਿਸ 'ਚ ਫਰੀਕੁਐਂਸੀ ਹੁੰਦੀ ਆ। ਫਰੀਕੁਐਂਸੀ ਕੀ ਹੁੰਦੀ ਆ? ਨੰਬਰ, ਕਿ ਇੰਨੇ ਜਾਣਿਆਂ ਦਾ ਵੀ ਜੇ ਵੇਟ ਦਿੱਤਾ ਆ ਵੀ 3 ਸਟੂਡੈਂਟਸ ਦਾ ਵੇਟ 5 ਆ ਜਾਂ 3 ਸਟੂਡੈਂਟ ਦੇ ਮਾਰਕ 5 ਆ, 1 ਸਟੂਡੈਂਟ ਦੇ ਮਾਰਕ 2 ਆ, 1 ਦੇ 3 ਆ, 1 ਦੇ 0 ਆ, 2 ਇਹੋ ਜਿਹੇ ਬੱਚੇ ਆ ਜਿਨ੍ਹਾਂ ਦੇ ਸੇਮ ਆ। ਠੀਕ ਹੈ, ਐਵੇਂ ਜਿੱਥੇ 5 ਆ ਤਾਂ 5 ਇਹੋ ਜਿਹੇ ਬੱਚੇ ਆ ਜਿਨ੍ਹਾਂ ਦੇ ਮਾਰਕਸ 20 ਆ। ਉਹਨੂੰ ਅਸੀਂ ਕੀ ਕਹਿ ਦਿੰਦੇ ਆ? ਅਨਗਰੁੱਪਡ ਡਾਟਾ। ਹੁਣ ਕੰਟੀਨਿਊ ਡਾਟਾ ਕਿਹਨੂੰ ਕਹਿੰਦੇ ਆ? ਇਹਦੇ ਵਿੱਚ ਇਹ ਆ ਜਾਂਦਾ ਕਿ ਉਹ ਕਿੰਨੇ ਸਟੂਡੈਂਟਾਂ ਦੀ ਫਰੀਕੁਐਂਸੀ ਇੰਨੀ ਦਿੱਤੀ ਹੁੰਦੀ ਆ ਕਿ 0 ਤੋਂ 5 ਤੱਕ ਜਿਹੜੇ ਮਾਰਕਸ ਆ ਉਹ ਕਿੰਨੇ ਸਟੂਡੈਂਟਸ ਦੇ ਆ। ਮਤਲਬ 5 ਨਹੀਂ ਲੈਣਾ ਹੁੰਦਾ, 0 ਤੋਂ 4 ਤੱਕ ਦੇ ਵੀ 0 ਹੋ ਗਿਆ, 2 3, ਮਤਲਬ 3 ਸਟੂਡੈਂਟ ਹੈ ਜਿਹੇ ਜਿਨ੍ਹਾਂ ਦੇ ਮਾਰਕਸ 5 ਤੋਂ ਥੱਲੇ ਆ। ਕੰਟੀਨਿਊ ਡਾਟਾ 'ਚ ਸਾਨੂੰ ਫਿਕਸ ਨਹੀਂ ਹੁੰਦਾ ਵੀ ਇਹ 3 ਬੱਚਿਆਂ ਦੇ ਮਾਰਕਸ ਹੈ ਕਿੰਨੇ ਆ। ਅਸੀਂ ਗੈਸ ਲਗਾਉਂਦੇ ਹਾਂ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਅਸੀਂ ਖੜੇ ਖੜੇ ਸ਼ਾਰਟਕੱਟ 'ਚ ਵੀ ਅਸੀਂ ਆਪਣੀ ਕਲਾਸ ਦਾ ਡਾਟਾ ਦੱਸਦਾ ਕਿ ਐਵਰੇਜ ਜੀ ਦੱਸਦੀ ਵੀ 3 ਬੱਚੇ ਹੈ ਜਿਹੇ ਜਿਨ੍ਹਾਂ ਦੇ ਜਿਹੜੇ ਮਾਰਕਸ ਆ ਉਹ 5 ਤੋਂ ਨੀਚੇ ਆ। ਠੀਕ ਹੈ ਜੀ, ਫਿਰ 5 ਤੋਂ 10, ਮਤਲਬ ਫਿਰ ਅਗਲੇ 'ਚ ਅਸੀਂ 5 ਲੈਣਾ, 10 ਨਹੀਂ ਲੈਣਾ। ਮਤਲਬ 5 ਤੋਂ 9, 5 ਇਹ 5 3 ਵਾਰ ਆ ਗਿਆ। ਠੀਕ ਹੈ, ਮਤਲਬ ਅਸੀਂ ਇੱਥੇ 3 ਲਿਖ ਦਾਂਗੇ। ਫਿਰ 10 ਤੋਂ 15, ਫਿਰ ਇਹ 'ਚ 10 ਵੀ ਆ ਗਿਆ, 13 ਵੀ ਆ ਗਿਆ, 14 ਵੀ ਆ ਗਿਆ, 3 ਐਵੇਂ। ਠੀਕ ਹੈ, ਇਹ 'ਚ ਅਸੀਂ ਮਤਲਬ ਇਹ 'ਚ ਤਾਂ ਪਰਟੀਕੂਲਰ ਪਤਾ ਹੁੰਦਾ ਕਿ 3 ਸਟੂਡੈਂਟਸ ਦੇ ਇੰਨੇ ਮਾਰਕਸ ਆ, 1 ਸਟੂਡੈਂਟ ਦੇ ਇੰਨੇ ਆ, ਪਰਟੀਕੂਲਰ ਪਤਾ ਹੁੰਦਾ। ਇਹ 'ਚ ਸਾਨੂੰ ਪਰਟੀਕੂਲਰ ਨਹੀਂ ਪਤਾ, ਇਸ ਦੇ ਵਿੱਚ ਇੰਨਾ ਪਤਾ ਹੁੰਦਾ ਕਿ ਕਲਾਸ ਦੇ ਵਿੱਚ 5 ਤੋਂ ਲੈ ਕੇ 5 ਤੇ 10 ਦੇ ਵਿੱਚ ਯਾਨੀ ਕਿ 5 ਤੋਂ 9 ਤੱਕ ਦੇ ਨੰਬਰ 3 ਬੱਚਿਆਂ ਦੇ ਆ। ਆਊਟਪੁੱਟ ਜੀ ਅਸੀਂ ਕਲਾਸ ਦੀ ਦੇ ਦਿੰਦੇ। ਇਹ ਹੋ ਗਏ ਤੁਹਾਡੇ ਡਾਟਾ, ਇੱਕ ਰੋ ਡਾਟਾ, ਇੱਕ ਅਨਗਰੁੱਪਡ ਡਾਟਾ, ਇੱਕ ਗਰੁੱਪਡ ਡਾਟਾ। ਇਹ 3 ਡਾਟੇ ਮੈਂ ਕਿਉਂ ਡਿਸਕਸ ਕਰਵਾਏ ਆ? ਕਿਉਂਕਿ ਇਸ ਅਕੋਰਡਿੰਗ ਇਹਨਾਂ ਦੇ ਫਾਰਮੂਲੇ ਅਲੱਗ ਆ। ਮੀਨ ਦਾ ਫਾਰਮੂਲਾ ਅਲੱਗ ਆ ਜੇ ਰੋ ਡਾਟਾ ਗਿਵਨ ਹੋਵੇ, ਮੀਡੀਅਨ ਦਾ ਅਲੱਗ ਆ, ਐਵੇਂ ਮੀਨ ਡੇਵੀਏਸ਼ਨ ਦਾ ਅਲੱਗ ਆ। ਇਹਦੇ ਵਿੱਚ ਵੀ ਪਹਿਲਾਂ ਅਸੀਂ ਮੀਨ ਦਾ ਪੜ੍ਹਾਂਗੇ, ਫਿਰ ਮੀਡੀਅਨ ਦਾ ਪੜ੍ਹਾਂਗੇ, ਐਵੇਂ ਇਹਦਾ ਅਸੀਂ ਮੀਨ ਅਤੇ ਮੀਡੀਅਨ ਪੜ੍ਹਾਂਗੇ। ਜਿਹਾ ਡਾਟਾ ਹੋਊਗਾ ਉਹ ਜਿਹਾ ਫਾਰਮੂਲਾ ਹੋਊਗਾ। ਆ ਤਾਂ 10th 'ਚ ਪੜ੍ਹਿਆ ਹੋਇਆ, ਈਵਨ 6th 7th ਤੋਂ ਅਸੀਂ ਕਰਦੇ ਆ ਰਹੇ ਹਾਂ। ਰੋ ਡਾਟਾ ਤੁਹਾਨੂੰ ਦਿੱਤਾ ਹੁੰਦਾ ਸੀ, ਉਹਦਾ ਮੀਨ ਕਿਵੇਂ ਫਾਈਂਡ ਕਰਦੇ ਸੀ? ਆਹ ਸਾਰੀਆਂ ਟਰਮਸ ਦਾ ਜੋੜ, ਟੋਟਲ ਡਿਵਾਈਡਡ ਬਾਏ ਨੰਬਰ ਆਫ ਓਬਜ਼ਰਵੇਸ਼ਨ।
ठीक है जी। ਇਹਦੇ ਵਿੱਚ ਅਸੀਂ ਕੀ ਕਰਦੇ ਹਾਂ, ਮੀਨ। ਫਰੀਕੁਐਂਸੀ ਵਾਲੇ 'ਚ ਅਸੀਂ ਕਿਵੇਂ ਫਾਈਂਡ ਕਰਦੇ ਹਾਂ ਮੀਨ? ਸਮੇਸ਼ਨ। ਇਹ 'ਚ ਅਸੀਂ ਇੱਕ ਹੋਰ ਟੇਬਲ ਬਣਾਉਂਦੇ ਸੀ, ਵੀ ਛੋਟੀ ਕਲਾਸ 'ਚ ਕੀਤਾ ਹੋਇਆ। ਜੇ ਮਾਰਕਸ ਨੂੰ ਅਸੀਂ ਐਕਸ ਲਿਖ ਲੈਂਦੇ ਹਾਂ, ਫਰੀਕੁਐਂਸੀ ਨੂੰ ਅਸੀਂ ਐਫ ਲਿਖ ਦਿੰਦੇ ਹਾਂ। ਐਕਸ ਅਤੇ ਐਫ ਦੀ ਮਲਟੀਪਲਾਈ ਕਰ ਦਿੰਦੇ ਸੀ, ਜਿਵੇਂ 5 × 3 15, 2 × 1 2, 3 × 1 3, 0 34 ਜੋ ਵੀ ਆ, ਠੀਕ ਹੈ। ਫਿਰ ਇਹਦਾ ਅਸੀਂ ਟੋਟਲ ਕਰ ਦਿੰਦੇ ਹਾਂ। ਇਹਨੂੰ ਅਸੀਂ ਟੋਟਲ ਨੂੰ ਕੀ ਲਿਖਦੇ ਹਾਂ? ਸਮੇਸ਼ਨ, ਸਮ ਆਫ ਟੋਟਲ ਆਫ ਐਕਸ ਐਫ ਡਿਵਾਈਡਡ ਬਾਏ ਸਮੇਸ਼ਨ ਆਫ ਐਫ। ਸਮੇਸ਼ਨ ਆਫ ਐਫ ਵੀ ਤਾਂ ਕੀ ਹੋ ਜੂਗੀ? ਇਹ ਨੰਬਰ ਆਫ ਸਟੂਡੈਂਟ ਨੇ। ਜੇ ਅਸੀਂ ਇਹਨਾਂ ਸਾਰਿਆਂ ਦਾ ਜੋੜ ਕਰਾਂਗੇ, ਕਲਾਸ ਦੇ ਵਿੱਚ ਕਿੰਨੇ ਟੋਟਲ ਸਟੂਡੈਂਟ ਆ ਉਨੇ ਆ ਜਾਣਗੇ। 1 2 3 4 5 6 7 8 9 10 11 12 13। ਜੇ ਮੈਂ ਇਹੀ ਡਾਟੇ ਨੂੰ ਸੇਮ ਲਿਖਿਆ ਤਾਂ ਇਹ 'ਚ ਵੀ ਇਹਦਾ ਜੋੜ ਕਿੰਨਾ ਆਊਗਾ? 13। ਠੀਕ ਹੈ ਜੀ, ਸਮਝ ਲੱਗੀ? ਇਹ 'ਚ ਮੀਡੀਅਨ ਟੋਟਲ ਡਿਵਾਈਡਡ ਬਾਏ ਨੰਬਰ ਆਫ ਓਬਜ਼ਰਵੇਸ਼ਨ ਜਾਂ ਨੰਬਰ ਆਫ ਸਟੂਡੈਂਟ। ਇਹਦੇ ਵਿੱਚ ਕੀ ਹੈ? ਐਕਸ ਅਤੇ ਐਫ ਦੀ ਮਲਟੀਪਲਾਈ ਕਰਕੇ ਫਿਰ ਉਹਦਾ ਜੋੜ ਕਰਕੇ ਡਿਵਾਈਡਡ ਬਾਏ ਨੰਬਰ ਆਫ ਦਾ ਫਰੀਕੁਐਂਸੀ। ਹੁਣ ਗਰੁੱਪਡ ਡਾਟਾ ਦੇ ਵਿੱਚ ਅਸੀਂ ਮੀਨ ਕਿਵੇਂ ਫਾਈਂਡ ਕਰਦੇ ਹਾਂ? ਆਲਮੋਸਟ ਸੇਮ ਤਰੀਕਾ ਇਹੀ ਹੈ, ਆਹੀ ਤਰੀਕੇ ਨਾਲ ਕਰਦੇ ਹਾਂ। ਹੁਣ ਇਹ 'ਚ ਐਕਸ ਕੌਣ ਹੁੰਦੀ ਹੈ? ਇੱਥੇ ਤਾਂ ਮੈਨੂੰ ਐਕਸ ਨਹੀਂ ਦਿੱਤੀ ਹੋਈ, ਇਹ ਤਾਂ ਮੈਨੂੰ ਡਾਟਾ ਦਿੱਤਾ ਹੋਇਆ। ਪਹਿਲਾਂ ਅਸੀਂ ਇਹਦੀ ਐਕਸ ਫਾਈਂਡ ਕਰਾਂਗੇ। 0 + 5 ਡਿਵਾਈਡਡ ਬਾਏ 2। ਜਿਵੇਂ 15 ਨੂੰ 2 ਨਾਲ ਡਿਵਾਈਡ ਕਰਾਂਗੇ ਕਿੰਨਾ ਆ ਜੂਗਾ? ਉਹਦੇ ਵਿੱਚ ਦੀ ਵੈਲਿਊ 7.5। ਠੀਕ ਹੈ। 25 ਨੂੰ 2 ਨਾਲ ਡਿਵਾਈਡ ਕਰਾਂਗੇ 12.5। ਠੀਕ ਹੈ ਜੀ। ਇਹ ਕੀ ਆ ਗਿਆ? ਮੀਡੀਅਨ। ਅੱਛਾ, ਠੀਕ ਹੈ ਜੀ। ਤਾਂ ਇਹਦੇ ਵਿੱਚੋਂ ਐਕਸ ਕੱਢ ਕੇ ਉਵੇਂ ਐਕਸ ਐਫ, ਫਿਰ ਉਹਦਾ ਸਾਰਾ ਟੋਟਲ, ਫਿਰ ਐਫ ਦਾ ਟੋਟਲ ਡਿਵਾਈਡ ਕਰ ਦੇਗੇ ਉਹੀ ਮੀਨ। ਕਿਉਂਕਿ ਅਨਗਰੁੱਪਡ ਦੇ ਆਲਮੋਸਟ ਫਾਰਮੂਲੇ ਕੀ ਆ? ਸੇਮ ਹੀ ਹੁੰਦੇ ਆ। ਪਹਿਲਾਂ ਅਸੀਂ ਇਹਦੇ ਸਮ ਕਰ ਲਈਏ, ਮੀਡੀਅਨ ਬਾਅਦ 'ਚੋਂ ਡਿਸਕਸ ਕਰਦੇ ਹਾਂ। ਹੁਣ ਅਸੀਂ ਪੜ੍ਹਨਾ ਮੇਨ ਸਾਡੀ ਜਿਹੜੀ ਪਹਿਲੀ ਐਕਸਰਸਾਈਜ਼ ਆ 15A, ਉਹ ਹੈਗੀ ਆ ਮੀਨ ਡੈਵੀਏਸ਼ਨ। ਠੀਕ ਹੈ ਜੀ, ਮੀਨ ਡੈਵੀਏਸ਼ਨ। ਇੱਕ ਅੱਗੇ ਜਾ ਕੇ ਅਸੀਂ ਪੜ੍ਹਾਂਗੇ ਸਟੈਂਡਰਡ ਡਿਵੀਏਸ਼ਨ। ਦੋਨਾਂ 'ਚ ਫਰਕ ਆ, ਬੱਚੇ ਕਨਫਿਊਜ਼ ਹੋ ਜਾਂਦੇ ਆ, ਤਾਂ ਮੈਂ ਪਹਿਲਾਂ ਹੀ ਦੱਸਦਾ। S ਫੋਰ ਸਟੈਂਡਰਡ ਆ, M ਫੋਰ ਮੀਨ, ਦੋਨੋਂ ਹੈ ਡੈਵੀਏਸ਼ਨਸ। ਪਹਿਲਾਂ ਮੈਂ ਮੀਨ ਡੈਵੀਏਸ਼ਨ ਦੀ ਗੱਲ ਕਰ ਸਕਦੀ ਹਾਂ। ਫਾਈਂਡ ਦਾ ਮੀਨ ਡੈਵੀਏਸ਼ਨ ਫਰੋਮ ਮੀਨ। ਜੇ ਉਹਨੇ ਸਾਨੂੰ ਮੀਨ ਤੋਂ ਕਿਹਾ ਤਾਂ ਮੈਨੂੰ ਸਾਰੇ ਡਾਟਿਆਂ ਦੇ ਮੀਨ ਪਤਾ ਹੋਣੇ ਚਾਹੀਦੇ ਆ। ਹੁਣ ਇਹਦੇ ਵਿੱਚ ਜੇ ਤਾਂ ਰੋ ਡਾਟਾ ਦਿੱਤਾ ਹੋਇਆ ਤਾਂ ਕੀ ਫਾਰਮੂਲਾ? ਐਕਸ ਕੌਣ ਹੁੰਦੇ ਆ? ਸਾਰੇ ਜਿਹੜੀਆਂ ਗਿਵਨ ਡਾਟਾ, ਦੈਟ ਇਜ਼ ਦਾ ਐਕਸ। ਐਕਸ ਦੇ ਵਿੱਚੋਂ ਅਸੀਂ ਉਹਦਾ ਮੀਨ ਕੱਢ ਲੈਣਾ, ਹੈ ਨਾ। ਉਹ ਜਿਹੜਾ ਮੀਨ ਆ ਉਹ ਪੋਜ਼ੀਟਿਵ ਵੀ ਆਊਗਾ, ਨੈਗੇਟਿਵ ਵੀ ਆਊਗਾ। ਆਪਾਂ ਹਰ ਇੱਕ ਨੈਗੇਟਿਵ ਨੂੰ ਪੋਜ਼ੀਟਿਵ ਕਰਨ ਲਈ ਇੱਥੇ ਕੀ ਆ ਜਾਊਗਾ? ਮੋਡੂਲਸ। ਉਹਦਾ ਸਮੇਸ਼ਨ ਡਿਵਾਈਡਡ ਬਾਏ ਸਮੇਸ਼ਨ ਆਫ ਜੋ ਵੀ ਆ ਨੰਬਰ ਆਫ ਸਟੂਡੈਂਟ, ਨੰਬਰ ਆਫ ਓਬਜ਼ਰਵੇਸ਼ਨ ਜੋ ਵੀ ਹੈ, ਉਹਦੇ ਨਾਲ ਅਸੀਂ ਕੀ ਕਰ ਦਾਂਗੇ? ਡਿਵਾਈਡ। ਇਹ ਹੈਗਾ ਰੋ ਡਾਟਾ ਦਾ ਫਾਰਮੂਲਾ। ਮੰਨ ਲਓ ਤੁਸੀਂ ਪਹਿਲਾਂ ਐਕਸ ਗਿਵਨ ਵੈਲਿਊ ਹੋਣਗੀਆਂ ਤੁਹਾਡੀਆਂ ਮੈਥ ਦੇ ਵਿੱਚ, ਯਾਨੀ ਕਿ ਸਟੇਟਮੈਂਟ ਵਾਲੀਆਂ ਐਕਸ। ਫਿਰ ਇੱਥੋਂ ਮੈਂ ਮੀਨ ਕੱਢੂੰਗੀ ਅਲੱਗ, ਰੋ ਡਾਟਾ ਦਾ ਮੀਨ ਕੱਢ ਲਿਆ ਜਿਵੇਂ ਕੱਢੀਦਾ। ਫਿਰ ਹਰੇਕ ਮੀਨ ਨੂੰ ਇਹਦੇ ਵਿੱਚੋਂ ਮਾਈਨਸ ਕਰੀ ਜਾਊਂਗੀ। ਫਿਰ ਉਹਦਾ ਮੋਡੂਲਸ ਲੈ ਲੂੰਗੀ, ਮਤਲਬ ਹਰੇਕ ਨੈਗੇਟਿਵ ਵੈਲਿਊ ਪੋਜ਼ੀਟਿਵ ਆ ਜਾਊਗੀ। ਫਿਰ ਮੈਂ ਇਹਦਾ ਟੋਟਲ ਕਰ ਲੂੰਗੀ। ਇਸ ਟੋਟਲ ਨੂੰ ਨੰਬਰ ਆਫ ਓਬਜ਼ਰਵੇਸ਼ਨ ਦੇ ਨਾਲ ਕੀ ਕਰ ਦੇਣਾ? ਡਿਵਾਈਡ। ਉਹ ਮੇਰਾ ਕੀ ਆ ਜਾਊਗਾ? ਮੀਨ ਡੈਵੀਏਸ਼ਨ ਰੋ ਡਾਟਾ ਦਾ। ਬਸ ਰੋ ਹੈ ਸਾਰਾ ਸੇਮ ਹੀ ਆ। ਮੀਨ ਡੈਵੀਏਸ਼ਨ ਹਰ ਇੱਕ ਡਾਟੇ 'ਚ, ਬਸ ਮੀਨ ਕੱਢਣ ਦਾ ਢੰਗ ਅਲੱਗ ਆ। ਇਹਦੇ ਵਿੱਚ ਕੀ ਆ ਜਾਊਗਾ? ਜਿਹੜਾ ਅਨਗਰੁੱਪਡ ਡਾਟਾ ਹੋਊਗਾ, ਅਨਗਰੁੱਪਡ ਡਾਟਾ ਦੇ ਵਿੱਚ ਐਕਸ ਵੀ ਦਿੱਤੀ ਹੋਊਗੀ, ਐਫ ਵੀ ਦਿੱਤੀ ਹੋਊਗੀ, ਹੈ ਨਾ। ਆਪਾਂ ਕੀ ਕਰਨਾ? ਐਕਸ ਐਫ ਤੋਂ ਮੀਨ ਕੱਢ ਲੈਣਾ। ਮੀਨ ਆਪਾਂ ਕਿਵੇਂ ਕੱਢ ਦਾਂਗੇ? ਐਕਸ ਐਫ ਦਾ ਸਮੇਸ਼ਨ ਡਿਵਾਈਡਡ ਬਾਏ ਦਿਸ ਓ ਐਨ ਕੀ ਆ? ਐਫ ਫਰੀਕੁਐਂਸੀ ਦਾ ਜੋੜ। ਠੀਕ ਆ, ਜੋ ਵੀ ਆਊਗਾ ਉਹਨੂੰ ਐਕਸ ਇਸ ਵੈਲਿਊ ਦੇ ਵਿੱਚੋਂ ਮਾਈਨਸ ਕਰੀ ਜਾਵਾਂਗੇ। ਫਿਰ ਕੀ ਲੈ ਲਾਂਗੇ? ਮੋਡੂਲਸ। ਫਿਰ ਇਹਦਾ ਟੋਟਲ ਡਿਵਾਈਡਡ ਬਾਏ ਮੀਨ ਡੈਵੀਏਸ਼ਨ ਕੀ ਆ ਜਾਊਗਾ? ਸੱਚ, ਮੀਨ ਡੈਵੀਏਸ਼ਨ 'ਚ ਇੱਕ ਹੋਰ ਸਟੈਪ ਆ, ਜਿਹੜੇ ਇਹਦੀ ਆਊਟਪੁੱਟ ਆਊਗੀ ਉਹਨੂੰ ਐਫ ਦੇ ਨਾਲ ਮਲਟੀਪਲਾਈ ਕਰਨੀ ਹੈ। ਐਕਸ ਮਾਈਨਸ ਮੀਨ ਜਿਹੜਾ ਆਪਾਂ ਮਾਈਨਸ ਕੀਤਾ, ਇਹਦਾ ਟੋਟਲ
डिवाइडेड बाय n, यानी कि अनग्रुप्ड डाटा दे विच मीन डेविएशन का फॉर्मूला की बन जूगा f इंटू x माइनस मीन, इन्हां दा समेशन जोड़ पूरा डिवाइडेड बाय समेशन ऑफ f या कैपिटल N, नंबर ऑफ ऑब्जर्वेशन। उस तो बाद आ गया कंटीन्यूस डाटा। कंटीन्यूस डाटा का भी फॉर्मूला सेम ही आही जो डिस्क्रीट डाटे का। हुण फस्ट एक्सरसाइज देखो, आ तुहानूं की दिता है रो डाटा, फाइंड द मीन डेविएशन फ्रॉम द मीन फ्रॉम द फॉलोइंग डाटा। ठीक है जी, मैं मीन डेविएशन फाइंड करना, मैनू आ सारियां रो वैल्यूज़ दित्तियां हुईयां ने, मैं तो पहला मीन फाइंड कर लिया सन ना, पहला मीन फाइंड करोगे, मीन जिवें असीं छोटियां क्लासां च करदे हैं, गिवन डाटे का जोड़ डिवाइडेड बाय नंबर ऑफ ऑब्जर्वेशन दैट इज़ 10। तुसीं 10 हर एक वैल्यू चो माइनस कर दो, 12 चो 10 गए 2, 3 चो 10 गए -7, 18 चो 10 गए 8, फिर जिन्ने भी नैगेटिव वैल्यू से सारियां नूं पॉजिटिव करके जोड़ लै लेना, वो कितना हो गया 124। हुण मीन डेविएशन, ये तो मीन सी, मीन डेविएशन का फॉर्मूला की है एक्स माइनस एदा जिहड़ा सम टोटल है डिवाइडेड बाय एन, एन कितनी सीगी मेरी, इनू काउंट कर लो, एन आजू 1 2 3 4 5 6, ये गिवन वैल्यूज़ 20 ने, नंबर ऑफ ऑब्जर्वेशन 20 ना डिवाइड कर दो। नैक्सट मैनू एक्स भी दिता है, वो कोरसपोंडिंग फ्रीकुएंसी भी दी हुई है कि 3 जणियां की आउटपुट 8 आ, 2 जणियां की 10 आ, 4 अंकड़ियां की जी आउटपुट आ 15 वा, 7 की 20 आ, 7 जने एज लोग आ जिन्हों की 20 आ, 4 एज आ जिन्हों की 25 आ, जो भी आउटपुट आ मैनू ये नहीं दसिया होया वेट आ के लैंथ आ के मार्क्स, आई डोंट नो, जो भी है डाटा पहला मैं टेबल के फॉर्म च लिख लिया, एक्स वेरीएबल फ्रीकुएंसी। हुण उस तो बाद देखो तुसीं की करना, मीन फाइंड करना। हुण डिस्क्रीट डाटे दे विच मीन का फॉर्मूला की हुंदा, एक्स एफ की मल्टीप्लाई, एक्स एक्स की मल्टीप्लाई सारी करती, 8 × 3 24, 10 × 2 20, 15 × 4 60, 20 × 7 140, ਉਹਦਾ ਜਿਹੜਾ ਜੋੜ ਆ ਉਹ ਕਿੰਨਾ ਆ ਗਿਆ 685। 685 ਨੂੰ ਆਪਾਂ फ्रीकुएंसी का टोटल मतलब नंबर ऑफ ऑब्जर्वेशन जिन्ना फ्रीकुएंसी आ उहदा टोटल कर लेंगे 30 आ जाऊगा। फ्रीकुएंसी के टोटल में असीं एन भी बोल देने आ, वो कितना आ गया 22.8। हुण मैं मीन डेविएशन के लिए एक्स दे विच्चों 22.8 माइनस करी जाऊँगी। ठीक है, 8 दे विच्चों मैं 22.8 माइनस किया, -14.8 आना सी, नाल ही मैं मॉडूलस ले लिया, पॉजिटिव आ गया। फिर 10 दे विच्चों -22.8 किया, वो भी मेरा नैगेटिव आना सी, मॉडूलस करके पॉजिटिव आ गया। 15 दे विच्चों मैं 22.8 माइनस किया, 20 चो 22.8 किया, 25 चो 22.8 माइनस किया, 32 चो 22.8 माइनस किया, 35 चो 22.8 माइनस किया, इन्नी वैल्यूज़ आ गई। हुण ये डिस्क्रीट डाटा वा, इस करके जे तो रो डाटा हुंदा मेरी कहानी इत्थे ही खत्म सी, मैं इहदा टोटल कर लेना सी, बट इस दे विच मैनूं फ्रीकुएंसी दित्ती हुई है, इस करके फ्रीकुएंसी ते एक्स माइनस एक्स मॉडूलस नूं मल्टीप्लाई करना, वो कितना आ जाऊगा 242.6। फिर उन्होंने दोबारा एन नाल मतलब 30 नाल डिवाइड कर देंगे, वो मेरा क्या आ जाऊगा मीन डेविएशन। ठीक है, उस तो बाद आ गया थोड़ा कंटीन्यूस डाटा, आ मैं वो देख ली। कंटीन्यूस डाटा नवीं चीज़ की है कि ये वाली वैल्यू लिखनी है, 0 तो 10 दे विच वाली वैल्यू 5 आ, 10 तो 20 दे विच वाली वैल्यू 15, 20 तो 30 दी विच वाली वैल्यू 25 आ। फिर एफ मैनू दित्ती हुई है 5 8 7 12 28 20 10 10, 5 8 मैं सारी लिख ली, 20 10 10 है ना। उस तो बाद तुसीं पहलां तां इहदा मीन फाइंड करना, क्योंकि उन्हें मैनू कहा कि फाइंड द मीन ते मीन डेविएशन फ्रॉम मीन, मतलब मीन डेविएशन मीन नू यूज़ करके करना। फिर मैं मीन कड्डूंगी, मीन तुहानूं पता है एफ एक्स की मल्टीप्लाई करी चलो, फिर वह टोटल कर लो कितना आ गया 4500, फिर उन्होंने एन दे नाल डिवाइड कर दो, वो कितना आ गया 45। हुण मैं की करना, मीन डेविएशन लिए काम करना, एक्स को जाओ 45 45 हर एक चो माइनस कर दो, 5 - 45 -40, 15 - 45 30 -30, 25 - 45 35 - 45 45 - 45 0, 55 - 45 पॉजिटिव वैल्यू, 65 - 45 20, 75 - 45 30, जिन्नियां नैगेटिव वैल्यूज़ आईयां उहदा मॉडूलस करके वो सारियां की हो गई पॉजिटिव। फिर असी जे तो रो डाटा हुंदा तां मैं इत्थे कहानी खत्म सी, इहदा जोड़ कर दिंदी, बट दिस वन इज़ अ कंटीन्यूस डाटा या ग्रुप्ड डाटा, इस करके यदि मैं एफ नाल मल्टीप्लाई करूँगी, मतलब 5 × 40 200, 8 × 30 240, 7 × 20 140, 12 × 10 120, 28 × 0 0, 20 × 10 200, 10 × 20 200, 10 × 30 300, ਇਹਦਾ ਜਿਹੜਾ टोटल है वो कितना आ गया 1400 आ गया। ठीक है जी,
ਹੁਣ ਅਸੀਂ ਮੀਨ ਡੇਵੀਏਸ਼ਨ ਕਿਵੇਂ ਕਰਾਂਗੇ? 1400 ਡਿਵਾਈਡਡ ਬਾਈ 100 ਹੋਏ ਕਿੰਨਾ ਆ ਗਿਆ? 14। ਆਹ ਵਾਲੀ ਐਗਜ਼ਾਮਪਲ ਰਹਿਣ ਦਿਓ, ਸਾਰੀ ਐਕਸਰਸਾਈਜ਼ ਟਰਾਈ ਕਰਿਓ। ਠੀਕ ਹੈ ਜੀ, ਐਕਸਰਸਾਈਜ਼ ਪਲੀਜ਼ ਕਰਕੇ ਦੇਖ ਲਿਓ। 12th ਸਮ ਰਹਿਣ ਦਿਓ, ਬਾਕੀ ਸਾਰੇ ਹੋ ਜਾਣਗੇ। ਐਕਸਰਸਾਈਜ਼ ਆ ਉਹ ਸਾਡੀ ਆ ਗਈ ਕਿ ਮੀਨ ਡੇਵੀਏਸ਼ਨ ਫਰੋਮ ਮੀਡੀਅਨ। ਠੀਕ ਹੈ ਜੀ, ਮੀਨ ਡੇਵੀਏਸ਼ਨ ਦਾ ਤਾਂ ਉਹੀ ਫਾਰਮੂਲਾ ਰਹੂਗਾ ਵੀ ਐਕਸ ਮਾਈਨਸ ਮੀਡੀਅਨ ਫਿਰ ਮੋਡੂਲਸ ਉਹਦਾ ਸਮੇਸ਼ਨ ਆਫ ਐਨ, ਹੈ ਨਾ, ਜਾਂ ਇਕੱਲੀ ਐਨ ਲਿਖ ਲਓ। ਇਹ ਰੋ ਡਾਟੇ ਦਾ ਫਾਰਮੂਲਾ ਸੀ ਅਤੇ ਕੰਟੀਨਿਊਸ ਤੇ ਉਹਦਾ ਸੇਮ ਸੀਗਾ, ਹੈ ਨਾ, ਮੀਨ ਡੇਵੀਏਸ਼ਨ ਦਾ। ਯਾਨੀ ਕਿ ਦੂਜਾ ਕਿਹੜਾ ਸੀ? ਅਨਗਰੁੱਪਡ ਡਾਟਾ ਲਿਖਿਆ ਹੋਇਆ ਤੁਹਾਡੇ ਨੈਟ 'ਚ, ਉਹਦਾ ਵੀ ਕੀ ਸੀ? ਸਮੇਸ਼ਨ ਐਫ ਇੰਟੂ ਐਕਸ ਮਾਈਨਸ, ਅੱਗੇ ਆਪਾਂ ਐਕਸ ਮਤਲਬ ਮੀਨ ਲਿਖਦੇ ਸੀ, ਇੱਥੇ ਮਤਲਬ ਅਸੀਂ ਕੀ ਕਰਨਾ, ਜੋ ਮੀਡੀਅਨ ਦੀ ਵੈਲਿਊ ਕਢਾਉਣੀ ਆ, ਬਾਕੀ ਸੇਮ ਹੀ ਆ। ਫਿਰ ਡਿਵਾਈਡਡ ਬਾਈ ਸਮੇਸ਼ਨ ਆਫ ਐਫ ਜਾਂ ਐਨ ਲਿਖ ਲਓ। ਅਤੇ ਗਰੁੱਪਡ ਡਾਟੇ ਦੇ ਵਿੱਚ ਵੀ ਸੇਮ ਸੀਗਾ, ਸਮੇਸ਼ਨ ਐਫ ਐਕਸ ਮਾਈਨਸ ਮੀਡੀਅਨ, ਸੇਮ ਫਾਰਮੂਲਾ। ਠੀਕ ਹੈ ਜੀ, ਹੁਣ ਦੇਖੋ ਮੀਨ ਡੇਵੀਏਸ਼ਨ ਫਰੋਮ ਮੀਡੀਅਨ। ਹੁਣ ਅਸੀਂ ਜੇ ਰੋ ਡਾਟਾ ਵਾ ਤਾਂ ਅਸੀਂ ਮੀਡੀਅਨ ਕਿਵੇਂ ਫਾਈਂਡ ਕਰਨਾ? ਜਿੰਨੀਆਂ ਵੀ ਰੋ ਡਾਟੇ 'ਚ ਵੈਲਿਊਜ਼ ਹੋਣਗੀਆਂ ਉਹਨਾਂ ਨੂੰ ਅਸੈਂਡਿੰਗ ਜਾਂ ਡਿਸੈਂਡਿੰਗ ਔਰਡਰ 'ਚ, ਮਤਲਬ ਵੱਧਦੇ ਜਾਂ ਘੱਟਦੇ ਕ੍ਰਮ 'ਚ ਔਰਡਰ 'ਚ ਲਿਖ ਲੈਣੀਆਂ ਨੇ ਜਿੰਨੀਆਂ ਵੀ ਸਾਡੀਆਂ ਵੈਲਿਊਜ਼ ਨੇ। ਠੀਕ ਹੈ ਜੀ, ਮੰਨ ਲਓ ਵੀ ਸਾਨੂੰ ਔਰਡਰ 'ਚ ਲਿਖ ਲਈਆਂ, ਵੀ ਮੰਨ ਲਓ ਮੈਨੂੰ ਕੋਈ ਡਾਟਾ ਦਿੱਤਾ ਹੋਇਆ, ਮੈਂ ਮੰਨ ਲਿਆ ਪਹਿਲਾਂ 3 ਆ, ਫਿਰ 8 ਆ, ਫਿਰ 9 ਆ, ਫਿਰ 10 ਆ, ਫਿਰ 12 ਵਾ। ਜੇ ਤਾਂ ਇਹਨਾਂ ਦਾ ਗਿਣਤੀ 1 2 3 4 5 ਮਤਲਬ ਓਡ ਆ, ਤਾਂ ਸਾਨੂੰ ਪਤਾ ਵੀ ਸਿੱਧੀ ਵਿਚਕਾਰ ਵਾਲੀ ਵੈਲਿਊ ਸਾਡੀ ਕੀ ਹੋਊਗੀ? ਮੀਡੀਅਨ। ਜੇ ਓਡ ਆ ਤਾਂ ਅਸੀਂ ਇਹ ਕਹਿ ਲੈਂਦੇ ਹਾਂ ਮੀਡੀਅਨ ਦੇ ਪਹਿਲਾ ਸਟੈਪ ਹੈ ਵੀ ਪਹਿਲਾਂ ਔਰਡਰ ਦੇ ਵਿੱਚ ਲਿਖੋ ਡਾਟੇ ਨੂੰ, ਫਿਰ ਜੇ ਓਡ ਹੈ ਤਾਂ ਮੀਡੀਅਨ ਸਾਨੂੰ ਵਿਚਕਾਰ ਵਾਲੀ ਵੈਲਿਊ ਆਊਗੀ। ਵਿਚਕਾਰ ਵਾਲੀ ਵੈਲਿਊ ਅਸੀਂ ਐਂ ਵੀ ਕੱਢ ਲੈਂਦੇ ਹਾਂ, ਐਨ ਮਤਲਬ 1 2 3 4 5 ਐਨ ਪਲੱਸ 1 ਅਪੋਨ 2। ਜਿਹਨੇ ਫਾਰਮੂਲਾ ਯਾਦ ਕਰਨਾ ਫਾਰਮੂਲਾ ਯਾਦ ਕਰ ਲਓ, ਜਿਹਨੇ ਸਿੱਧਾ ਵਿਚਕਾਰ ਵਾਲੀ ਵੈਲਿਊ ਕੱਢਣੀ ਆ ਵਿਚਕਾਰ ਵਾਲੀ ਕੱਢ ਲਓ। ਫਾਰਮੂਲਾ ਕੀ ਕਹਿੰਦਾ ਕਿ ਜੇ ਐਨ ਓਡ ਆ, ਇਫ ਐਨ ਇਜ਼ ਓਡ, ਗਿਣਤੀ ਕਰ ਲਓ 1 2 3 4 5, ਇੱਥੇ ਐਨ ਕਿੰਨੀ ਆ? 5। 5 'ਚ 1 ਜੋੜ ਕੇ ਉਹਨੂੰ ਈਵਨ ਬਣਾ ਲਓ। 6 ਨੂੰ 2 'ਤੇ ਡਿਵਾਈਡ ਕਰ ਦਿਓ 3, ਮਤਲਬ ਸਾਡੇ ਤੀਜੇ ਨੰਬਰ ਵਾਲੀ ਟਰਮ, ਪਹਿਲੇ ਨੰਬਰ ਦੂਜਾ ਤੀਜੇ ਨੰਬਰ ਵਾਲੀ ਟਰਮ ਸਾਡੀ ਮੀਡੀਅਨ ਹੋਊਗੀ, ਦੈਟ ਇਜ਼ 9। ਆਨਸਰ ਕਿੰਨਾ ਆ ਗਿਆ? 9। ਠੀਕ ਹੈ ਜੀ, ਉਸ ਤੋਂ ਬਾਅਦ ਜੇ ਸਾਡੀ ਐਨ ਈਵਨ ਆ ਤਾਂ ਅਸੀਂ ਕੀ ਕਰਾਂਗੇ? ਫਿਰ n/2 ਪਲੱਸ n/2 ਅਤੇ ਉਸ ਤੋਂ ਨੈਕਸਟ ਅਗਲੀ ਟਰਮ। ਉਹ ਕਿਵੇਂ? ਜਿਹਨੇ ਨਹੀਂ ਯਾਦ ਰੱਖਣਾ ਫਾਰਮੂਲਾ, ਆਹ ਨਹੀਂ ਯਾਦ ਰੱਖਣਾ, ਮੰਨ ਲਓ ਮੇਰੇ ਇੱਥੇ ਈਵਨ ਟਰਮਸ ਨੇ, 2 ਟਰਮਸ ਆਉਣਗੀਆਂ ਈਵਨ ਦੇ ਵਿੱਚ ਵਿਚਕਾਰ ਵਾਲੀਆਂ, ਫਿਰ ਇਹਨਾਂ ਦੋਨਾਂ ਦਾ ਕੀ ਫਾਈਂਡ ਕਰਨਾ ਵਾ? ਮੀਨ। ਉਹ ਕੀ ਆਊਗਾ? ਮੀਡੀਅਨ। ਫੋਰ ਐਗਜ਼ਾਮਪਲ, ਜਿਹਨੇ ਫਾਰਮੂਲਾ ਨਹੀਂ ਯਾਦ ਕਰਨਾ ਉਹ ਇੱਧਰੋਂ 2 ਛੱਡੂ, ਇੱਧਰੋਂ 2 ਛੱਡੂ, ਆਹ ਵਿੱਚ ਵਾਲੀਆਂ 2 ਵੈਲਿਊਜ਼ ਆ ਗਈਆਂ ਮੀਡੀਅਨ ਦੀਆਂ, ਇੱਕ 9 ਆ ਗਈ, ਇੱਕ 10। ਇਹਨਾਂ 2 ਵੈਲਿਊਜ਼ ਦਾ ਮੀਨ ਫਾਈਂਡ ਕਰਨਾ, ਮਤਲਬ ਇਹਨਾਂ ਦਾ ਜੋੜ ਡਿਵਾਈਡਡ ਬਾਈ 2, ਉਹ ਕੀ ਆ ਜਾਊਗਾ? 19/2 ਆਨਸਰ ਆ ਜਾਊਗਾ। ਠੀਕ ਹੈ ਜੀ, ਥੈਂਕ ਯੂ। ਉਹ 19/2 ਆਨਸਰ ਆ ਜਾਊਗਾ। ਠੀਕ ਹੈ, ਹੁਣ ਜਿਹਨੇ ਫਾਰਮੂਲਾ ਯਾਦ ਕੀਤਾ ਵਾ ਉਹ ਐਵੇਂ ਕਰ ਲੂਗਾ, 1 2 3 4 5 6 ਟਰਮਸ ਨੇ, 6/2 ਮਤਲਬ ਤੀਜੀ, ਅਤੇ ਉਸ ਤੋਂ ਬਾਅਦ ਚੌਥੀ, ਤੀਜੀ ਅਤੇ ਚੌਥੀ, 1 2 3, ਤੀਜੀ ਅਤੇ ਚੌਥੀ ਦਾ ਮੀਨ। ਠੀਕ ਹੈ ਜੀ, ਹੁਣ ਤੁਹਾਨੂੰ ਯਾਦ ਰਹਿ ਗਿਆ ਓਡ ਆ ਤਾਂ ਸਾਰਿਆਂ ਵਿਚਕਾਰ ਵਾਲੀ ਵੈਲਿਊ ਲੈ ਲਓ। ਸਾਰਿਆਂ ਵਿਚਕਾਰ ਵਾਲੀ ਵੈਲਿਊ ਨੂੰ ਅਸੀਂ ਕੀ ਬੋਲਦੇ ਹਾਂ? n+1/2। ਜੇ ਤੁਹਾਡੀ n ਈਵਨ ਆ ਤਾਂ ਤੁਹਾਡੇ ਵਿਚਕਾਰ 2 ਵੈਲਿਊਜ਼ ਆਉਣਗੀਆਂ, ਉਹ 2 ਵੈਲਿਊਜ਼ ਦਾ ਅਸੀਂ ਮੀਨ ਲੈ ਲੈਣਾ। ਠੀਕ ਹੈ, ਜੇ ਕਿਸੇ ਨੂੰ ਦਿੱਕਤ ਆ ਉਹ 2 ਵੈਲਿਊਜ਼ ਲੱਭਣ ਦੀ, ਤਾਂ ਤੁਸੀਂ ਪਹਿਲਾਂ n/2 ਕਰਕੇ ਦੇਖ ਲਓ ਵਿਚਕਾਰ ਕਿਹੜੀ ਆਉਂਦੀ ਆ, ਫਿਰ ਜਸਟ ਉਸ ਤੋਂ ਨੈਕਸਟ ਲੈ ਲਓ n/2, ਉਸ ਤੋਂ ਨੈਕਸਟ n/2 + 1। ਠੀਕ ਹੈ ਜੀ, ਹੁਣ ਸਾਡਾ ਹੈਗਾ, ਉਸ ਤੋਂ ਬਾਅਦ ਤੁਸੀਂ ਉਹੀ ਮੀਨ ਡੇਵੀਏਸ਼ਨ ਫਾਈਂਡ ਕਰ ਲਓਗੇ, ਤਾਂ ਤੁਸੀਂ ਮੀਡੀਅਨ ਫਾਈਂਡ ਕਰ ਲਿਆ। ਪਹਿਲਾਂ ਸਮ ਕਰ ਲਈਏ ਇਹਦਾ ਤਾਂ ਕਿ ਤੁਹਾਨੂੰ ਕਨਫਿਊਜ਼ਨ ਨਾ ਹੋਵੇ। ਹੁਣ ਉਹਨੇ ਸਾਨੂੰ ਕੀ ਕਿਹਾ?
फाइंड द मीन डेविएशन फ्रॉम द मीडियन। इत्थों मैनूं पता लग गया फ्रॉम द मीडियन मतलब बी एक्सरसाइज आ ऑफ द फॉलोइंग डाटा 3 9 5 3 12 10 18 आ मैनूं डाटा दिता है। पहले मैनूं ऑर्डर च लिखूँगी कि पहला मैं सारे नाल छोटी वैल्यू 3 है, कितनी बार आ 2 बार आ, मैं लिख ली। उस तो बाद किहदी टर्न आती है 4 दी, फिर 5 दी, फिर 7 9 10 12 18 मैं सारे नूं ऑर्डर च लिख लिया। फिर मैं गिनती करूँगी 1 2 3 4 5 6 7 8 9 10 11 11 की आ ओड तो ਇਹਦੀ ਸਾਨੂੰ ਵਿਚਕਾਰ ਵਾਲੀ ਟਰਮ ਕਿਹੜੀ ਹੋਊਗੀ, ਮੈਂ ਫਾਰਮੂਲੇ ਦੇ ਅਕੋਰਡਿੰਗ ਕਰ ਰਹੀ ਹਾਂ। 11 'ਚ 1 ਜੋੜਿਆ 12, 12 ਦਾ ਹਾਫ ਕੀ ਹੋਇਆ 6 ਤਾਂ 6ਵੇਂ ਨੰਬਰ ਵਾਲੀ 1 2 3 4 5 6 6ਵੇਂ ਨੰਬਰ ਵਾਲੀ ਆਨਸਰ ਕਿੰਨਾ ਆ ਜਾਊਗਾ ਮੀਡੀਅਨ ਦਾ 9। ਇਹ ਮੇਰਾ ਆਨਸਰ ਆ ਗਿਆ ਮੀਡੀਅਨ ਦਾ। ਉਸ ਤੋਂ ਬਾਅਦ ਮੈਂ ਮੀਨ ਡੇਵੀਏਸ਼ਨ ਫਾਈਂਡ ਕਰੂੰਗੀ, ਐਕਸ ਦੇ ਵਿੱਚੋਂ 9 ਘਟਾਈ ਜਾਊਂਗੀ, ਨੈਗੇਟਿਵ ਵੈਲਿਊ ਦਾ ਕੀ ਲੈ ਲੂੰਗੀ पॉजिटिव कर दूँगी, फिर ਇਹਦਾ टोटल ले लूँगी। इस टोटल ਨੂੰ नंबर ऑफ कितनियाँ वैल्यूज सी मेरिया ये ऑब्जरवेशन 11 सी तो मैं 11 ਦੇ ਨਾਲ ਕੀ कर दूँगी डिवाइड, दैट इज़ माई आंसर। ਹੁਣ सैकेंड सम देखो, द स्कोर ऑफ द बैट्समैन इन 10 इनिंग 10 मेरिया नंबर ऑफ ऑब्जरवेशन हो गया। आ मैनू रो डाटा दिता है, रो डाटा मतलब 10 की हो गया ईवन। पहले मैनू ऑर्डर च लिखूँगी 34 38 42 44 46 48 54 55 63 70 पहले मैनू ऑर्डर च लिख लिया। हुण ये ईवन है, ईवन के विचकारली टर्म मैं फाइंड करनी आ। ईवन वालियां च विचकार कितनियां टर्म्स आंदियां ने 2, किहड़ी किहड़ी आऊगी पहला 10 नूं 2 नाल डिवाइड कर दो, बिल्कुल विचकार वाली मतलब एक 5th आऊगी एक 6th, 1 2 3 4 5 5th ते 6th कितनियां आईयां 46 ते 48। इन्हां दा मीन फाइंड कर लो 46 + 48 डिवाइडेड बाय 2 कितना आ गया 47 आ गया। हुण अगों ओही गल मीडियन एक्स दे वैल्यूज़ दे विचों घटाई चलो। हुण ओही ऑर्डर चकना जो सानूं स्टेटमेंट च दिता है 34 48 38 70 है ना। इहदे विचों मैं 42 47 माइनस करी गई, फिर उहदा मॉडुलस ले लिया, ठीक है जी। फिर उहदा जोड़ 86 है, 86 नूं मैं नंबर ऑफ ऑब्जरवेशन 10 दे नाल की कर दूँगी डिवाइड, ये मेरा की आ जाऊगा मीन डेविएशन फ्रॉम मीडियन। हुण आ जाओ तुसी अनग्रुप्ड डाटा दा मीडियन किवें फाइंड करीदा। अनग्रुप्ड दे विच तुहानूं पता है एक्स भी दित्ती हुंदी है, एफ भी दित्ती हुंदी है, उह च आपां सी एफ फाइंड करनी हुंदी है। सी एफ की हुंदी है फ्रीकुएंसी दी पहली वैल्यू, मान लो इत्थे F1 है, F2 है, F3 है, F4 है। पहला पहली वैल्यू लिख लो सी एफ च, फिर इसे वैल्यू च इहदी अगली वैल्यू जोड़ दो यानी कि F1 + F2, फिर जो इहदा आंसर आऊगा ओह प्लस अगली वैल्यू जोड़ दो एफ दी F3, ਇਹਦੇ ਵਿੱਚ ਕੀ ਆ ਜਾਊਗਾ F1 + F2 + F3 F4, ਇਹ सी एफ आ गई। ਹੁਣ ਤੁਸੀਂ ਕੀ ਕਰਨਾ ਉਮੀ ਕਿ ਜੇ ਤਾਂ एक्स ऑड है नहीं एक्स नहीं नंबर ऑफ टर्म्स फ्री मतलब फ्रीकुएंसी, जे तो साडी फ्रीकुएंसी का जोड़ ओड है ना, तो तुसी उन्होंने की करोगे n+1 डिवाइडेड बाय 2 करके उहदे विचकार वाली जिन्नी वैल्यू आई वो सी एफ च लभ लैनी है, ठीक है जी। फिर मान लो वो आ गई तीजे नंबर पर आ गई, फिर वो ठीक सामने एक्स दे विच चल जाना, वो साडा मीडियन का आंसर होगा। मीडियन का आंसर एक्स का ही आंसर आता हुंदा। रो डाटा दे विच भी मीडियन का आंसर असी एक्स विचों लिता सी, ना कि फ्रीकुएंसी चों। मैं सम करवानी हाँ, ज़्यादा क्लीयर हो जाऊगा, एवें समझ नहीं लगनी। देखो फाइंड द मीन डेविएशन फ्रॉम द मीडियन फ्रॉम द फॉलोइंग, एक ही आ गया डिस्क्रीट डाटा जिन्होंने तुसीं अनग्रुप डाटा कहने। पहले मैं फ्रीकुएंसी का जोड़ कर लिया 3 + 4 + 5 + 2 + 4 + 5 + 4 + 3, वो कितना आ गया 30। पिछे रो डाटा की तरह 30 साडा ईवन नंबर आ गया। ईवन नंबर दियाँ मिडल टर्म्स कितनियां हुंदियां ने 2, वो किवें पता लगणगियां, इनू 2 ते डिवाइड कर दो, एक 15 नंबर वाली आऊगी, एक 16 नंबर वाली आऊगी, ठीक है। 15 ते 16 ऑब्जरवेशन आऊगी। आपां इत्थे लिखिया पहला हुण सी एफ चो तुसीं 15 ते 16 लभना, पहला सी एफ बनाओ। पहला मैं 3 लिखिया, फिर 3 दे विच अगली टर्म ऐड की 4 7 आ गया, 7 दे विच मैं 5 ऐड किया 12, 12 च 2 ऐड किया 14, 14 च 4 ऐड किया 18, 18 च 5 ऐड किया 23, 23 च 4 ऐड किया 27, 27 च 3 ऐड किया 30। ये मेरी सी एफ आ गई। हुण इस तो बाद तां हुण असीं सी एफ दे विच किहनूं लभणा वा, मेरियां दो वैल्यूज़ 15 ते 16 वैल्यू किहड़ियां सीगियां इहदे विच लभणियां 15 ते 16 वैल्यूज़ दा मीन।
ਹੁਣ ਤੁਸੀਂ ਇੱਥੇ ਦੇਖਣਾ ਕਿ ਕਿਤੇ 15 ਆਇਆ ਤੁਹਾਡਾ, ਨਾ। ਜੇ ਨਹੀਂ ਆਇਆ 16 ਦੇਖ ਲਓ, ਨਾ 16 ਵੀ ਨਹੀਂ ਹੈਗਾ। ਮਤਲਬ ਕਿ ਮੇਰੀ 15 ਅਤੇ 16 ਓਬਜ਼ਰਵੇਸ਼ਨ ਲੱਭਦੀ ਸੀ। ਫਿਰ ਉਸ ਤੋਂ ਅੱਗੇ ਲਈ ਚੱਲੋ, 17 ਹੈਗਾ, ਨਹੀਂ 18 ਹੈਗਾ। ਮਤਲਬ 15ਵੀਂ ਅਤੇ 16ਵੀਂ ਤੋਂ ਬਾਅਦ ਕਿਹੜੀ ਓਬਜ਼ਰਵੇਸ਼ਨ ਅਸੀਂ ਲਵਾਂਗੇ, ਜੇ ਉਹ ਨਹੀਂ ਅਵੇਲੇਬਲ ਤਾਂ ਉਸ ਤੋਂ ਨੈਕਸਟ 18 ਆਉਂਦੀ ਹੈ। ਫਿਰ 18 ਦੇ ਸਾਹਮਣੇ ਜਾਓ, ਉਹ ਕੀ ਆ ਗਿਆ 13, ਤਾਂ 13 ਮੇਰਾ ਕੀ ਆ ਗਿਆ ਮੀਡੀਅਨ। ਠੀਕ ਹੈ ਜੀ, ਇਹਨਾਂ ਨੇ ਆਹ ਵਾਲੀ ਚੀਜ਼ ਨਾ ਕਰੋ, ਇਹਦਾ ਕਿਉਂਕਿ ਚਾਹੇ ਉਹ 15 ਆ ਚਾਹੇ ਉਹ 16 ਆ, ਦੋਨਾਂ ਦੀ ਵੈਲਿਊ ਕਿੰਨੀ ਆ ਰਹੀ ਆ 13। ਮੰਨ ਲਓ ਤੁਹਾਡਾ ਜਿਹੜਾ ਆਨਸਰ ਸੀ 15 ਅਤੇ 16 ਇੱਥੇ ਅਵੇਲੇਬਲ ਹੁੰਦਾ, ਇੱਥੇ 15 ਵੈਲਿਊ ਹੁੰਦੀ, ਇੱਥੇ 16 ਹੁੰਦੀ। ਮੰਨ ਲਓ ਇੱਥੇ 15 ਹੁੰਦੀ ਅਤੇ ਇੱਥੇ 16। ਫਿਰ ਆਪਾਂ ਕੀ ਕਰਨਾ ਸੀ, 15 ਵੀ ਲੈਣੀ ਸੀ 16 ਵੀ ਲੈਣੀ ਸੀ, ਉਹਦੇ ਸਾਹਮਣੇ ਐਕਸ ਕੋਲ ਜਾਣਾ ਸੀ। ਫਿਰ ਸਾਡੀ 12 ਵੀ ਆਣੀ ਸੀ 13 ਵੀ ਆਣੀ ਸੀ, ਮੀਡੀਅਨ ਦੇ 2 ਆਨਸਰ ਆਣੇ ਸੀ। ਆਪਾਂ ਉਹਨਾਂ ਦਾ ਮੀਨ ਫਾਈਂਡ ਕਰ ਲੈਣਾ ਸੀ ਐਕਸ ਦਾ। 12 + 13 ਡਿਵਾਈਡਡ ਬਾਏ 2। ਠੀਕ ਹੈ ਜੀ, ਅਤੇ ਹੁਣ ਮੇਰਾ ਮੀਡੀਅਨ ਕਿੰਨਾ ਆ ਗਿਆ 13। ਹੁਣ ਉਹ ਵੀ ਐਕਸ ਦੇ ਵਿੱਚੋਂ 13 ਮਾਈਨਸ ਕਰੀ ਚਲੋ, ਆ ਜਾਊਗਾ। ਫਿਰ ਉਹਦਾ ਮੋਡੂਲਸ ਲੈ ਲਓ। ਨਵੀਂ ਚੀਜ਼ ਕੀ ਹੁੰਦੀ ਆ, ਅਨਗਰੁੱਪਡ ਡਾਟਾ 'ਚ ਐਫ ਨਾਲ ਮਲਟੀਪਲਾਈ ਕਰਨੀ ਹੁੰਦੀ ਆ, ਜਿਹੜੀ ਅਸੀਂ ਰੋ ਡਾਟਾ 'ਚ ਨਹੀਂ ਕਰਦੇ। ਐਫ ਨਾਲ ਮਲਟੀਪਲਾਈ ਕਰਤੀ, ਉਹ 199 ਆ ਗਈ, 149 ਆ ਗਈ। ਇਹਨੂੰ ਡਿਵਾਈਡ ਕਰ ਦਾਂਗੇ 30 ਦੇ ਨਾਲ, ਫਰੀਕੁਐਂਸੀ ਦੇ ਟੋਟਲ ਨਾਲ। ਠੀਕ ਹੈ ਜੀ, ਹੁਣ ਉਸ ਤੋਂ ਬਾਅਦ ਸਮਝ ਲੱਗ ਗਈ। ਉਸ ਤੋਂ ਬਾਅਦ ਸਾਡਾ ਆ ਗਿਆ ਕੰਟੀਨਿਊਸ ਡਾਟਾ। ਹੈ ਨਾ, ਕੰਟੀਨਿਊਸ ਡਾਟਾ ਕੀ ਹੁੰਦਾ, ਉਹਦੇ ਵਿੱਚ ਜਿਹੜਾ ਮੀਡੀਅਨ ਦਾ ਸਿੱਧਾ ਫਾਰਮੂਲਾ ਹੁੰਦਾ, ਉਹ ਹੁੰਦਾ L ਪਲੱਸ ਇਹ ਤੁਹਾਨੂੰ ਯਾਦ ਕਰਨਾ ਪਊਗਾ N/2/C F/H। ਸੋਰੀ ਮੈਂ ਵੀਡੀਓ ਨਹੀਂ ਬਣੀ। L ਪਲੱਸ ਜਿਹੜਾ ਫਰੀਕੁਐਂਸੀ ਦਾ ਜੋੜ ਦਾ ਹਾਫ -C/F/H। ਇਹ ਫਾਰਮੂਲਾ ਤੁਹਾਨੂੰ ਯਾਦ ਕਰਨਾ ਪਊਗਾ। N ਤੁਹਾਨੂੰ ਪਤਾ ਫਰੀਕੁਐਂਸੀ ਦਾ ਟੋਟਲ ਹੁੰਦਾ, C ਮੈਂ ਤੁਹਾਨੂੰ ਦੱਸ ਦਿੰਦੀ ਹਾਂ, F ਵੀ ਦੱਸ ਦਿੰਦੀ ਹਾਂ ਇੱਥੇ ਕੀ ਲੈਣਾ, H ਵੀ ਦੱਸੂਗੀ, L ਵੀ ਦੱਸੂਗੀ। ਠੀਕ ਹੈ, ਪਰ ਤੁਸੀਂ ਫਾਰਮੂਲਾ ਯਾਦ ਕਰ ਲੈਣਾ। ਉਹ ਹੁਣ ਮੈਂ ਸਮ ਦੇ ਵਿੱਚੋਂ ਦੱਸਦੀ ਹਾਂ ਤਾਂ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਊਗਾ। ਦੇਖੋ ਆਹ ਕੰਟੀਨਿਊਸ ਡਾਟਾ ਦਿੱਤਾ ਹੋਇਆ, ਆਹ ਇਹਦੀ ਫਰੀਕੁਐਂਸੀ ਦਿੱਤੀ ਹੋਈ ਆ। ਕਮੂਟੇਟਿਵ ਤੁਹਾਨੂੰ ਬਣਾਉਣੀ ਆਉਂਦੀ ਆ। ਕਮੂਟੇਟਿਵ ਕਿਵੇਂ ਬਣਾਉਂਦੇ ਆਪਾਂ, ਪਹਿਲਾਂ 6 ਅਤੇ 6 ਸੇਮ, ਫਿਰ 6 'ਚ ਇਹਦੀ ਨੈਕਸਟ ਟਰਮ 7 ਜੋੜਾਂਗੇ 13 ਆ ਗਿਆ। ਫਿਰ 13 'ਚ ਨੈਕਸਟ 15 ਜੋੜਾਂਗੇ 28 ਆ ਗਿਆ। 28 'ਚ 16 ਜੋੜਾਂਗੇ 44, 44 'ਚ 4 ਜੋੜਾਂਗੇ 48, 48 'ਚ 2 ਜੋੜਾਂਗੇ 50। CF ਤੱਕ ਤੁਹਾਡਾ ਪੁਰਾਣਾ ਕੰਮ ਸੀ, ਬਸ ਇੱਥੇ ਰੁਕ ਜਾਓ। ਹੁਣ ਆਪਾਂ ਕੀ ਕਰਨਾ ਵੀ ਅਸੀਂ ਕੀ ਕਰਨਾ ਵਾ, ਅਸੀਂ ਹੁਣ C ਲੱਭਣੀ ਆ ਕਿ C ਕਿਹਨੂੰ ਕਹਿੰਦੇ ਆ। ਹਾਂਜੀ, ਇਹ 'ਚ ਫਿਰ ਅਸੀਂ ਫਰੀਕੁਐਂਸੀ ਦੇਖ ਲਓ ਵੀ ਸਾਡੀ ਈਵਨ ਆ ਕਿ ਔਡ ਆ। ਇੱਥੇ 50 ਆ ਤਾਂ ਇੱਥੇ ਤੁਸੀਂ 2 ਵਾਲਾ ਕੰਮ ਵੀ ਕਰ ਸਕਦੇ ਹੋ, 1 ਵਾਲਾ ਵੀ ਕਰ ਸਕਦੇ ਹੋ, ਹੈ ਨਾ। ਜੋ ਵੀ N ਆਈ ਹੈ ਨਾ ਤੁਹਾਡੀ, N ਦਾ ਹਾਫ ਕਰ ਦਿਓ, ਉਹ ਕਿੰਨਾ ਆ ਜਾਊਗਾ 25। N ਦਾ ਹਾਫ 25। ਅੱਛਾ, ਡਿਸਕ੍ਰੀਟ 'ਚ ਮੈਂ ਤਾਂ ਹੀ 2 ਵਾਲਾ ਕਟਾਤਾ ਸੀ। ਤੁਸੀਂ 2 ਓਬਜ਼ਰਵੇਸ਼ਨ ਫਾਈਂਡ ਹੀ ਨਾ ਕਰੋ, ਤੁਸੀਂ ਇਹਦੇ ਵਿੱਚ ਵੀ N ਦਾ ਹਾਫ ਕਰ ਲਓ 30। 30 ਦਾ ਹਾਫ ਕਿੰਨਾ ਹੋ ਗਿਆ 15। ਬਸ ਤੁਸੀਂ 15 ਤੋਂ ਅਬਵ ਵਾਲੀ ਵੈਲਿਊ ਲੱਭ ਲਓ। 15 ਤੋਂ ਅਬਵ ਸਿੱਧਾ 18, ਤਾਂ 18 ਦੇ ਸਾਹਮਣੇ ਵਾਲਾ ਕੀ ਆ ਗਿਆ ਮੀਡੀਅਨ। ਇਹ ਤਾਂ ਅਸੀਂ ਡਿਸਕ੍ਰੀਟ ਡਾਟੇ ਦੀ ਗੱਲ। ਇਹਦੇ ਵਿੱਚ ਆਪਾਂ ਕੀ ਕਰਾਂਗੇ, ਉਵੇਂ 50 ਦਾ ਜਿਹੜਾ ਹਾਫ ਆ ਉਹ ਕਿੰਨਾ ਹੋ ਗਿਆ 25। 25 ਤੋਂ ਬਾਅਦ ਵਾਲੀ ਟਰਮ ਲੱਭ ਲਈ, ਉਹ ਕਿੰਨੀ ਆ 28। 25 ਹੈ ਨਹੀਂ, 26 ਹੈ ਨਹੀਂ, 27 ਹੈ ਨਹੀਂ, ਤਾਂ 28 ਆਊਗੀ। 28 ਨੂੰ ਮੈਂ ਕਰ ਲਿਆ ਅੰਡਰਲਾਈਨ। ਮੰਨ ਲਓ ਇਹ ਮੇਰਾ ਕੰਟੀਨਿਊ ਡਾਟਾ ਜਾਂ ਗਰੁੱਪਡ ਡਾਟਾ ਨਹੀਂ ਹੈ, ਇਹ ਡਿਸਕ੍ਰੀਟ ਡਾਟਾ ਮਤਲਬ ਪਿੱਛੇ ਵਾਲਾ ਡਾਟਾ। ਫਿਰ ਇੱਥੇ ਐਕਸ ਦੀ ਇੱਕੋ ਵੈਲਿਊ ਹੋਣੀ ਸੀ। ਮੰਨ ਲਓ ਆਹ ਇੰਟਰਵਲ ਨਹੀਂ ਹੈਗੇ, ਤਾਂ 28 ਦੇ ਬਿਲਕੁਲ ਸਾਹਮਣੇ ਜੋ ਇੱਥੇ ਇੱਕ ਸਿੰਗਲ ਐਕਸ ਦੀ ਵੈਲਿਊ ਹੋਣੀ ਸੀ, ਉਹ ਮੇਰਾ ਕੀ ਹੋਣਾ ਸੀ ਮੀਡੀਅਨ। ਗੱਲ ਖਤਮ ਇੱਥੇ। ਬਟ ਇਨ ਦਿਸ ਕੇਸ ਦਿਸ ਵਨ ਇਜ਼ ਅ ਕੰਟੀਨਿਊਸ ਡਾਟਾ, ਤਾਂ 28 ਦੇ ਸਾਹਮਣੇ ਮੇਰਾ ਇੰਟਰਵਲ ਆ, ਮੈਂ ਸਾਰੀ ਲਾਈਨ ਨੂੰ ਅੰਡਰਲਾਈਨ ਕਰ ਲੈਣਾ। ਇਸ ਲਾਈਨ ਦੇ ਵਿੱਚ ਜਿੰਨੀ ਫਰੀਕੁਐਂਸੀ ਆ ਉਹਨੂੰ ਉਹਦੇ ਉੱਪਰ ਹੀ F ਲਿਖ ਦਿਓ। ਮਤਲਬ ਇਸ ਲਾਈਨ ਦੇ ਵਿੱਚ 28 ਦੇ ਸਾਹਮਣੇ ਜੋ ਫਰੀਕੁਐਂਸੀ ਹੈ ਉਹਨੂੰ ਮੈਂ F ਨਾਲ ਨੋਟ ਕਰ ਲਿਆ, ਮਤਲਬ F ਮੇਰੀ ਕਿੰਨੀ ਆ ਗਈ 15। C ਕਿਹੜੀ ਹੁੰਦੀ ਆ, ਜਿਹੜੀ ਤੁਸੀਂ ਅੰਡਰਲਾਈਨ ਕੀਤੀ ਆ 28 ਲੱਭੀ ਆ, ਉਸ ਤੋਂ ਜਸਟ ਉੱਪਰ ਵਾਲੀ ਵੈਲਿਊ ਨੂੰ C ਲਿਖ ਲਓ। 28 ਤੋਂ ਉੱਪਰ ਵਾਲੀ ਵੈਲਿਊ ਕਿੰਨੀ ਹੋ ਗਈ 13।
ਤੇ 28 ਦੇ ਸਾਹਮਣੇ ਵਾਲਾ ਇੰਟਰਵਲ 20 ਤੋਂ 30, 20 ਮਤਲਬ ਲੋਅਰ ਇੰਟਰਵਲ ਸਾਡਾ 20 ਆ, ਤੇ ਇਹਨਾਂ 'ਚ ਡਿਫਰੈਂਸ 20 ਤੇ 30 ਦੇ ਵਿੱਚ ਕਿੰਨਾ HO ਕਿੰਨਾ ਆਊਗਾ 10। ਲੱਗ ਗਈ ਸਮਝ। ਦੇਖੋ ਜਿਵੇਂ ਇੱਥੇ ਸਾਡਾ ਇੰਟਰਵਲ ਜੋ ਵੀ ਦਿੱਤਾ ਹੋਇਆ, ਇੱਥੇ ਸਾਡੀ X ਹੋਊਗੀ, ਇੱਥੇ F ਹੋਊਗੀ, ਇੱਥੇ ਸਾਡੀ CF ਹੋਊਗੀ। CF ਤੁਹਾਨੂੰ ਬਣਾਉਣੀ ਆਉਂਦੀ ਆ। ਆਪਾਂ ਸਾਰਿਆਂ ਨਾਲ ਪਹਿਲਾਂ ਕੀ ਕਰਨਾ N/2, N/2 ਦਾ ਜਿੰਨਾ ਆਨਸਰ ਆਇਆ ਉਹ ਜਾਂ ਉਸ ਤੋਂ ਉੱਪਰ ਵਾਲੀ ਵੈਲਿਊ ਅਸੀਂ CF 'ਚ ਲੱਭਣੀ ਆ। ਉਸ ਤੋਂ ਉੱਪਰ ਜੇ ਉਹ ਵਾਲੀ ਵੈਲਿਊ ਹੈਗੀ ਆ ਵੈਲ ਨੂੰ ਗੁੱਡ, ਜੇ ਨਹੀਂ ਹੈਗੀ ਤਾਂ ਉਸ ਤੋਂ ਉੱਪਰ ਵਾਲੀ ਵੈਲਿਊ ਮੰਨ ਲਓ ਜੋ ਵੀ ਆ ਗਈ ਆ ਗਈ। ਇਹਦੇ ਸਾਹਮਣੇ ਸਾਰਿਆਂ ਨੂੰ ਅੰਡਰਲਾਈਨ ਕਰ ਲਓ। ਤਾਂ ਇਸ ਇੰਟਰਵਲ ਦੇ ਵਿੱਚ ਜਿਹੜੀ ਲੋਅਰ ਇੰਟਰਵਲ ਹੋਊਗੀ ਉਹ L ਆ ਜੂਗੀ, ਇਸ ਇੰਟਰਵਲ 'ਚ ਜਿਹੜੀ ਸਾਡੀ ਫਰੀਕੁਐਂਸੀ ਹੋਈ ਉਹ F ਆ ਜੂਗੀ। ਇਹ ਅੰਡਰਲਾਈਨ ਤੋਂ ਜਸਟ ਉੱਪਰ ਵਾਲੀ CF ਦੀ ਵੈਲਿਊ ਉਹ ਸਾਡੀ ਕੀ ਆ ਜੂਗੀ C। ਇਹਨਾਂ ਇੰਟਰਵਲ ਦੇ ਵਿੱਚ ਕਿੰਨਾ ਗੈਪ ਆ ਉਹ ਸਾਡਾ ਕੀ ਆ ਜੂਗਾ H। ਉਹ ਸਾਰੀਆਂ ਵੈਲਿਊਜ਼ ਇੱਥੇ ਪੁੱਟ ਕਰ ਦਿਓ ਫਾਰਮੂਲੇ 'ਚ। 20 + 25 N/2 ਤਾਂ ਤੁਹਾਨੂੰ ਪਤਾ ਵੀ ਕਿੰਨਾ ਹੋਊਗਾ, ਅਸੀਂ ਪਹਿਲਾਂ ਹੀ ਫਾਈਂਡ ਕਰ ਲਿਆ ਸੀ 25। 25 - 13/15 ਨੂੰ ਸੋਲਵ ਕਰਕੇ 28 ਆ ਗਿਆ। ਉਸ ਤੋਂ ਬਾਅਦ ਤੁਹਾਡਾ ਪੁਰਾਣਾ ਸਮ ਬਣ ਗਿਆ। X ਦੇ ਵੈਲਿਊਜ਼ ਦੇ ਵਿੱਚੋਂ X ਕਿੱਥੇ ਲਿਖਿਆ ਨੇ ਆਹ ਲਿਖੀ ਆ। X ਕੀ ਆ 0 ਤੇ 10 ਦੇ ਵਿਚਕਾਰ ਦੀ ਵੈਲਿਊ, 10 ਤੋਂ 20 ਦੇ ਵਿਚਕਾਰ ਦੀ ਵੈਲਿਊ। X ਦੇ ਵਿੱਚੋਂ ਅਸੀਂ ਕੀ ਫਾਈਂਡ ਕਰ ਲੈਣਾ, X ਦੀਆਂ ਜਿਹੜੀਆਂ ਵੈਲਿਊਜ਼ ਨੇ ਉਹਦੇ ਵਿੱਚੋਂ ਅਸੀਂ C ਮਾਈਨਸ ਕਰ ਦੇਣਾ। 28 28 28 28 28 ਮਾਈਨਸ ਕਰਕੇ ਉਹਦਾ ਮੋਡੂਲਸ ਲੈ ਲੈਣਾ, ਉਹ ਕਿੰਨਾ ਆ ਜੂਗਾ ਇੰਨਾ ਆ ਜੂਗਾ। ਫਿਰ ਇਸ ਮੋਡੂਲਸ ਨੂੰ F ਦੇ ਨਾਲ ਕੀ ਕਰ ਦਿਓ ਮਲਟੀਪਲਾਈ ਕਰ ਦਿਓ F ਦੇ ਨਾਲ, ਉਹ ਇੰਨੀ ਆ ਜੂਗੀ F ਦੇ ਨਾਲ ਮਲਟੀਪਲਾਈ ਕਰਕੇ। ਫਿਰ ਇਹ ਕਿੰਨਾ ਆ ਗਿਆ 508 ਆ ਗਿਆ F ਇੰਟੂ ਦਿਸ 508। ਤੇ 508 ਨੂੰ N ਨਾਲ ਅਸੀਂ ਕੀ ਕਰ ਦਾਂਗੇ ਡਿਵਾਈਡ ਕਰ ਦਾਂਗੇ, ਉਹ ਕਿੰਨਾ ਆ ਗਿਆ 10.16। ਤਾਂ B ਐਕਸਰਸਾਈਜ਼ ਵੀ ਤੁਸੀਂ ਕਰ ਲੈਣੀ ਆ ਸਾਰੀ, ਕੋਈ ਸਮ ਛੱਡਣ ਵਾਲਾ ਨਹੀਂ। ਪ੍ਰੈਕਟਿਸ ਆ ਅਤੇ ਤੁਹਾਨੂੰ ਪਤਾ 6 ਮਾਰਕਸ ਦਾ ਸਮ ਹੈ ਜਿਹੜਾ ਉਹ ਆ ਸਕਦਾ ਵਾ।